ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਨਜ਼ਰ ਮਾਰਦੇ ਹਾਂ ਅਮਰੀਕਾ ਤੋਂ ਸਾਹਮਣੇ ਆਈਆਂ ਇਹਨਾਂ ਖਬਰਾਂ ਉੱਪਰ। ਰਾਸ਼ਟਰਪਤੀ ਬਾਈਡਨ ਵੱਲੋਂ ਯੂਕਰੇਨ ਦੀ ਮਦਦ ਵਾਸਤੇ ਜਾਣਕਾਰੀ ਸਾਂਝੀ ਕੀਤੀ ਗਈ। ਯੂਕਰੇਨ ਦੀ $40 ਬਿਲੀਅਨ ਦੀ ਮਦਦ ਕੀਤੀ ਜਾਏਗੀ। ਇਸ ਸੰਬੰਧੀ ਹੁਣ ਰਾਸ਼ਟਰਪਤੀ ਬਾਈਡਨ ਵੱਲੋਂ ਦਸਤਖਤ ਕਰ ਦਿੱਤੇ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਯੂਕਰੇਨ ਦੀ ਮਦਦ ਵਾਸਤੇ ਵੱਡਾ ਕਦਮ ਚੁੱਕਿਆ ਗਿਆ। ਬਾਈਡਨ ਵੱਲੋਂ ਯੂਕਰੇਨ ਵਾਸਤੇ $40 ਬਿਲੀਅਨ ਦੀ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਯੂਕਰੇਨ ਨੂੰ $40 ਬਿਲੀਅਨ ਦੀ ਸਹਾਇਤਾ ਦੇਣ ਦੇ ਪ੍ਰਪੋਜ਼ਲ ਤੇ ਦਸਤਖਤ ਕਰ ਦਿੱਤੇ ਨੇ ਤੇ ਅਜਿਹਾ ਕਰਨ ਨਾਲ ਹੁਣ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਯੂਕਰੇਨ ਅਤੇ ਰੂਸ ਦੇ ਹਮਲੇ ਖਿਲਾਫ ਅਮਰੀਕਾ ਵੱਲੋਂ ਲਗਾਤਾਰ ਯੂਕਰੇਨ ਦੀ ਮਦਦ ਸੰਬੰਧੀ ਕਈ ਐਲਾਨ ਕੀਤੇ ਜਾ ਰਹੇ ਨੇ ਤੇ ਯੂਕਰੇਨ ਦੇ ਹੱਕ ਵਿੱਚ ਕਈ ਵੱਡੇ ਬਿਆਨ ਵੀ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ। ਦੱਸੀਏ ਕਿ ਯੂਕਰੇਨ ਨੂੰ ਹੁਣ ਜੋ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਇਸ ਸੰਬੰਧੀ ਅਮਰੀਕਾ ਦੀ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਮਰੀਕੀ ਕਾਂਗਰਸ ਨੇ ਰੂਸ ਵਿਰੁੱਧ ਜੰਗ ਲੜਨ ਵਾਸਤੇ ਯੂਕਰੇਨ ਨੂੰ ਕਈ ਡਾਲਰ ਦੀ ਸਹਾਇਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ $40 ਬਿਲੀਅਨ ਦੀ ਫੌਜੀ ਅਤੇ ਹਿਊਮੈਨਿਟੇਰੀਅਨ ਸਪੋਰਟ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਰਾਸ਼ਟਰਪਤੀ ਬਾਈਡਨ ਵੱਲੋਂ ਕਾਂਗਰਸ ਨੂੰ $33 ਬਿਲੀਅਨ ਦੀ ਰਕਮ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਜੋ ਯੂਕਰੇਨ ਉੱਪਰ ਹਮਲਾ ਕੀਤਾ ਗਿਆ, 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿੱਚ ਅੱਜ ਵੀ ਜੰਗ ਲੱਗੀ ਹੋਈ ਹੈ। ਲਗਾਤਾਰ ਰੂਸ ਖਿਲਾਫ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਜੰਗ ਨੂੰ ਖਤਮ ਕਰ ਦੇਣ, ਪਰ ਅਜਿਹਾ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਵੱਖ-ਵੱਖ ਦੇਸ਼ ਯੂਕਰੇਨ ਦੀ ਮਦਦ ਕਰ ਰਹੇ ਨੇ, ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਤੇ ਯੂਕਰੇਨ ਦੇ ਨਾਲ ਖੜਨ ਦੀ ਵੀ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਐਲਨ ਮਸਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਟਰੰਪ ਤੇ ਲੱਗੀ ਪਾਬੰਦੀ ਖਤਮ ਕੀਤੀ ਜਾਏਗੀ। ਐਲਨ ਮਸਕ ਕਹਿੰਦੇ ਨੇ ਜੇਕਰ ਟਵਿੱਟਰ ਟੇਕਓਵਰ ਸਕਸੈਸਫੁਲ ਰਿਹਾ ਤੇ ਉਹਨਾਂ ਵੱਲੋਂ ਜੋ ਸੋਸ਼ਲ ਮੀਡੀਆ ਇਸਤੇਮਾਲ ਕਰਨ ਸੰਬੰਧੀ ਟਰੰਪ ਤੇ ਰੋਕ ਲੱਗੀ ਹੈ ਉਸ ਨੂੰ ਹਟਾ ਦਿੱਤਾ ਜਾਵੇਗਾ। ਐਲਨ ਮਸਕ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐਲਨ ਮਸਕ ਦਾ ਕਹਿਣਾ ਹੈ ਕਿ ਜੇਕਰ ਟੇਕਓਵਰ ਸਕਸੈਸਫੁਲ ਰਿਹਾ ਤੇ ਉਹਨਾਂ ਵੱਲੋਂ ਡੋਨਾਲਡ ਟਰੰਪ ਉੱਪਰ ਲੱਗਿਆ ਬੈਨ ਹਟਾ ਦਿੱਤਾ ਜਾਵੇਗਾ। ਜੀ ਹਾਂ, ਐਲਨ ਮਸਕ ਵੱਲੋਂ ਇਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਸੰਬੰਧੀ ਜੋ ਟਰੰਪ ਉੱਪਰ ਰੋਕ ਲਗਾਈ ਗਈ ਹੈ ਤੇ ਜੇਕਰ ਉਹਨਾਂ ਦਾ ਟਵਿੱਟਰ ਟੇਕਓਵਰ ਸਹੀ ਰਿਹਾ ਤਾਂ ਉਹਨਾਂ ਵੱਲੋਂ ਇਹ ਰੋਕ ਨੂੰ ਹਟਾ ਦਿੱਤਾ ਜਾਵੇਗਾ। ਮਸਕ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਜੋ ਟਰੰਪ ਉੱਪਰ ਰੋਕ ਲਗਾਈ ਗਈ ਉਹ ਗਲਤ ਸੀ। ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿੱਚ 6 ਜਨਵਰੀ 2021 ਦੌਰਾਨ ਜੋ ਕੈਪੀਟਲ ਰਾਈਟ ਦੀ ਘਟਨਾ ਵਾਪਰੀ, ਉਸ ਤੋਂ ਬਾਅਦ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਵੱਲੋਂ ਕਾਰਵਾਈ ਕਰਦਿਆਂ ਟਰੰਪ ਨੂੰ ਬੈਨ ਕਰ ਦਿੱਤਾ ਗਿਆ। ਇਸ ਦਿਨ ਟਰੰਪ ਦੇ ਸਪੋਰਟਰਸ ਬਿਲਡਿੰਗ ਵਿੱਚ ਦਾਖਲ ਹੋਏ ਤੇ ਜਿੱਥੇ ਉਹਨਾਂ ਵੱਲੋਂ ਕਾਫੀ ਕੁਝ ਕੀਤਾ ਗਿਆ। ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਵਾਇਰਲ ਹੋਈਆਂ ਸਨ। ਇਸ ਦੌਰਾਨ ਜਿਹੜੀ ਘਟਨਾ ਹੋਈ ਸੀ ਉਸ ਤੋਂ ਬਾਅਦ ਟਰੰਪ ਨੂੰ ਟਵਿੱਟਰ ਤੋਂ ਵੀ ਬੈਨ ਕਰ ਦਿੱਤਾ ਗਿਆ। ਪਰ ਹੁਣ ਕਿਉਂਕਿ ਐਲਨ ਮਸਕ ਵੱਲੋਂ ਟਵਿੱਟਰ ਨਾਲ ਡੀਲ ਕਰਦਿਆਂ ਕਿਹਾ ਗਿਆ ਹੈ ਕਿ ਉਹਨਾਂ ਨੇ ਟਵਿੱਟਰ $44 ਬਿਲੀਅਨ ਵਿੱਚ ਖਰੀਦ ਲਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਟੇਕਓਵਰ ਸਕਸੈਸਫੁਲ ਰਿਹਾ ਤਾਂ ਉਹ ਟਰੰਪ ਉੱਪਰ ਲੱਗੀ ਰੋਕ ਨੂੰ ਹਟਾ ਦੇਣਗੇ ਤੇ ਮੁੜ ਤੋਂ ਉਹਨਾਂ ਦਾ ਅਕਾਊਂਟ ਚਾਲੂ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਦੱਸ ਦਈਏ, ਜਦੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਟਰੰਪ ਨੂੰ ਬੈਨ ਕੀਤਾ ਗਿਆ ਸੀ ਤਾਂ ਉਸ ਵੇਲੇ ਉਹਨਾਂ ਨੇ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਬਣਾ ਲਿਆ। ਪਿਛਲੇ ਦਿਨੀ ਜਦੋਂ ਟਰੰਪ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਕਿ ਉਹ ਟਵਿੱਟਰ ਤੇ ਵਾਪਸੀ ਕਰਨਗੇ ਤਾਂ ਟਰੰਪ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਟਵਿੱਟਰ ਉੱਪਰ ਵਾਪਸੀ ਕਰਨ ਬਾਰੇ ਫਿਲਹਾਲ ਕੋਈ ਵੀ ਵਿਚਾਰ ਨਹੀਂ ਕਰ ਰਹੇ। ਜੋ ਉਹਨਾਂ ਵੱਲੋਂ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਤਿਆਰ ਕੀਤਾ ਗਿਆ, ਉਹ ਇਸੇ ਵਿੱਚ ਹੀ ਖੁਸ਼ ਨੇ ਤੇ ਉਸ ਉੱਪਰ ਹੀ ਉਹ ਇੱਥੇ ਜਾਰੀ ਰਹਿਣ ਵਾਲੇ ਹਨ। ਹੁਣ ਦੇਖਣਾ ਹੋਵੇਗਾ ਕਿ ਅਗਲੇ ਸਮੇਂ ਵਿੱਚ ਟਰੰਪ ਉੱਪਰ ਲੱਗੀ ਰੋਕ ਨੂੰ ਹਟਾਇਆ ਜਾਂਦਾ ਹੈ ਤੇ ਕੀ ਟਰੰਪ ਇਸ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵਾਪਸੀ ਕਰਦੇ ਨੇ, ਪਰ ਫਿਲਹਾਲ ਇਸ ਬਾਰੇ ਕੋਈ ਵੀ ਐਲਾਨ ਟਰੰਪ ਵੱਲੋਂ ਨਹੀਂ ਕੀਤਾ ਗਿਆ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਉਹਨਾਂ ਨੇ ਬਹੁਤੀ ਡਿਟੇਲ ਅਜੇ ਸਾਂਝੀ ਨਹੀਂ ਕੀਤੀ। ਫਿਲਾਡੈਲਫੀਆ ਸਟੇਸ਼ਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਈ ਸਪੀਡ ਕ੍ਰੈਸ਼ ਵਿੱਚ ਇੱਕ ਡਰਾਈਵਰ ਤੇ 2 ਹੋਰ ਦੀ ਮੌਤ ਹੋ ਗਈ। ਪੁਲਿਸ ਵਿਭਾਗ ਵੱਲੋਂ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਪਤਾ ਸਟੇਸ਼ਨ ਉੱਪਰ ਇੱਕ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ 2 ਰਾਹਗੀਰ ਅਤੇ ਡਰਾਈਵਰ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦੀ ਮੌਤ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ 2 ਰਾਹਗੀਰ ਜਾ ਰਹੇ ਸਨ ਉਹਨਾਂ ਨੇ ਵੀ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਡਰਾਈਵਰ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਹਾਦਸੇ ਦਾ ਮਾਮਲਾ 2:43 ਦੇ ਕਰੀਬ ਸਾਹਮਣੇ ਆਇਆ, ਜਿੱਥੇ ਹਾਈਵੇ ਉੱਪਰ ਹਾਈ ਸਪੀਡ ਕਾਰਨ ਹਾਦਸਾ ਵਾਪਰਿਆ ਹੈ। ਦੱਸਿਆ ਗਿਆ ਕਿ ਡਰਾਈਵਰ ਦੀ ਹੋਂਡਾ ਪਾਇਲਟ SUV ਇੰਟਰਸੈਕਸ਼ਨ ਦੇ ਜ਼ਰੀਏ ਹਾਦਸੇ ਦਾ ਸ਼ਿਕਾਰ ਹੋਈ ਹੈ।
ਹੁਣ ਫਿਲਾਡੈਲਫੀਆ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕੋਈ ਨੁਕਸਾਨ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ, ਪਰ 2 ਰਾਹਗੀਰ ਅਤੇ ਡਰਾਈਵਰ ਵੱਲੋਂ ਦਮ ਤੋੜ ਦਿੱਤਾ ਗਿਆ ਹੈ। ਜਿਹੜੇ ਇਸ ਘਟਨਾ ਨਾਲ ਜੁੜੇ ਹੋਏ 2 ਰਾਹਗੀਰ ਪੀੜਤ ਦੱਸੇ ਗਏ, ਉਹ ਦੱਸਿਆ ਜਾ ਰਿਹਾ ਹੈ ਕਿ ਇੱਕ ਮੇਲ ਅਤੇ ਦੂਸਰੀ ਔਰਤ ਸੀ। ਇਸ ਤੋਂ ਇਲਾਵਾ 53 ਸਾਲਾ ਇੱਕ ਵਿਅਕਤੀ ਵੀ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਇੱਥੇ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਜੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਇਹ ਹਾਦਸਾ ਕਿਵੇਂ ਵਾਪਰਿਆ। ਅਮਰੀਕਾ ਤੋਂ ਹਥਿਆਰ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ CDC ਵੱਲੋਂ ਇਸ ਸੰਬੰਧੀ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਮੌਤਾਂ ਵਿੱਚ ਵਾਧਾ ਹੋਇਆ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਅਮਰੀਕਾ ਵਿੱਚ ਫਾਇਰਆਰਮ ਹੋਮਿਸਾਈਡ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਇਸ ਬਾਰੇ CDC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਇਹਨਾਂ ਫਾਇਰਆਰਮ ਹੋਮਿਸਾਈਡ ਵਿੱਚ ਇਤਿਹਾਸਕ ਵਾਧਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2020 ਦੌਰਾਨ ਕਾਫੀ ਇਸ ਨਾਲ ਸੰਬੰਧਿਤ ਕੇਸਿਸ ਸਾਹਮਣੇ ਆਏ ਨੇ। ਫੈਡਰਲ ਹੈਲਥ ਆਫੀਸ਼ੀਅਲਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ ਉਹਨਾਂ ਦੱਸਿਆ ਕਿ 2020 ਦੌਰਾਨ ਬੰਦੂਕ ਦੀ ਗੋਲੀ ਕਾਰਨ ਮੌਤਾਂ ਦੀ ਗਿਣਤੀ ਵੱਧ ਦਰਜ ਕੀਤੀ ਗਈ ਹੈ, ਜਿਸ ਨਾਲ ਸਾਰੇ ਏਜ ਗਰੁੱਪ ਪ੍ਰਭਾਵਿਤ ਹੋ ਰਹੇ ਹਨ। 2019 ਤੋਂ 2020 ਦੌਰਾਨ ਫਾਇਰਆਰਮ ਹੋਮਿਸਾਈਡ ਵਿੱਚ 35% ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ 25 ਸਾਲਾਂ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਸ ਬਾਰੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2020 ਦੌਰਾਨ 80% ਹੋਮਿਸਾਈਡ ਦੇ ਮਾਮਲੇ ਅਤੇ 53% ਸੁਸਾਈਡ ਦੇ ਮਾਮਲੇ ਸਾਹਮਣੇ ਆਏ, ਜੋ ਕਿ ਫਾਇਰ ਆਰਮਸ ਨਾਲ ਜੁੜੇ ਹੋਏ ਹਨ। 2019 ਦੌਰਾਨ ਫਾਇਰ ਆਰਮ ਹੋਮਿਸਾਈਡ ਦੇ ਮਾਮਲੇ 14,400 ਦੱਸੇ ਗਏ ਤੇ 2020 ਦੌਰਾਨ ਇਹਨਾਂ ਦੀ ਗਿਣਤੀ 19,350 ਸਾਂਝੀ ਕੀਤੀ ਗਈ ਹੈ। ਨਿਊਜ਼ ਕਾਨਫਰੰਸ ਵਿੱਚ ਇਸ ਬਾਰੇ ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ ਦੱਸਿਆ ਗਿਆ ਕਿ ਇਸ ਕਾਰਨ 5,000 ਤੋਂ ਵੱਧ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਲਗਾਤਾਰ ਇਸ ਸਭ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। CDC ਦਾ ਕਹਿਣਾ ਹੈ ਕਿ ਵੱਧ ਰਹੇ ਇਸ ਤਰ੍ਹਾਂ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਗਨ ਕਲਚਰ ਨੂੰ ਰੋਕਣ ਸੰਬੰਧੀ ਵੱਡੇ ਐਲਾਨ ਕੀਤੇ ਗਏ, ਪਰ ਉਸ ਤੋਂ ਬਾਅਦ ਵੀ ਕਈ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਏ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਤੇ ਹੁਣ CDC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਫਾਇਰ ਆਰਮ ਹੋਮਿਸਾਈਡ ਦੇ ਮਾਮਲੇ ਵੱਧ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਇਤਿਹਾਸਿਕ ਵਾਧਾ ਰਿਕਾਰਡ ਕੀਤਾ ਗਿਆ ਹੈ। ਟੈਸਲਾ ਦੇ ਕੁਝ ਵਾਹਨਾਂ ਵਿੱਚ ਖਰਾਬੀ ਆਈ, ਜਿਸ ਤੋਂ ਬਾਅਦ ਉਹਨਾਂ ਨੂੰ ਰਿਕਾਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਿਸਪਲੇ ਉੱਪਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਈ ਸੀ, ਜਿਸ ਤੋਂ ਬਾਅਦ 1,30,000 ਦੇ ਕਰੀਬ ਵਾਹਨ ਵਾਪਸ ਬੁਲਾਏ ਗਏ ਨੇ। ਟੈਸਲਾ ਦੇ ਕੁਝ ਵਾਹਨਾਂ ਵਿੱਚ ਖਰਾਬੀ ਆਈ, ਜਿਸ ਤੋਂ ਬਾਅਦ 1,30,000 US ਵਹੀਕਲਸ ਨੂੰ ਰਿਕਾਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਗੱਡੀਆਂ ਦੀ ਟੱਚ ਸਕਰੀਨ ਡਿਸਪਲੇ ਵਿੱਚ ਕੁਝ ਦਿੱਕਤ ਆਈ ਸੀ, ਜਿਸ ਤੋਂ ਬਾਅਦ ਇਹਨਾਂ तमाम ਵਾਹਨਾਂ ਨੂੰ ਰਿਕਾਲ ਕੀਤਾ ਗਿਆ। ਹੁਣ ਇਸ ਬਾਰੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਟੈਸਲਾ ਇਨਕਾਰਪੋਰੇਸ਼ਨ ਵੱਲੋਂ 1,30,000 ਵਾਹਨ ਵਾਪਸ ਬੁਲਾਏ ਜਾ ਰਹੇ ਨੇ। ਇਹ ਸਭ ਕੁਝ ਯੂਨਾਈਟਿਡ ਸਟੇਟਸ ਵਿੱਚ ਹੋ ਰਿਹਾ ਹੈ, ਜਿੱਥੇ ਵਾਹਨਾਂ ਨੂੰ ਵਾਪਸ ਬੁਲਾਇਆ ਗਿਆ। ਇਸ ਰਿਕਾਲ ਵਿੱਚ ਟੈਸਲਾ S ਅਤੇ X, ਜੋ ਕਿ 2021 ਤੇ 2022 ਮਾਡਲ ਹਨ, ਉਹਨਾਂ ਨੂੰ ਰਿਕਾਲ ਕੀਤਾ ਗਿਆ। ਇਸ ਤੋਂ ਇਲਾਵਾ 3 ਅਤੇ Y, ਜਿਹੜੇ 2022 ਮਾਡਲ ਨੇ, ਉਹਨਾਂ ਨੂੰ ਵੀ ਬੁਲਾਇਆ ਗਿਆ ਹੈ। ਇਸ ਬਾਰੇ ਟੈਸਲਾ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 59 ਵਾਰੰਟੀ ਕਲੇਮਸ ਬਾਰੇ ਜਾਣਕਾਰੀ ਮਿਲੀ। ਅਪ੍ਰੈਲ ਮਹੀਨੇ ਦੌਰਾਨ ਟੈਸਲਾ ਵੱਲੋਂ US ਵਿੱਚ 48,000 ਮਾਡਲ 3 ਪਰਫਾਰਮੈਂਸ ਵਾਹਨ ਵੀ ਵਾਪਸ ਬੁਲਾਏ ਗਏ ਸਨ। ਇਸ ਤੋਂ ਇਲਾਵਾ ਟੈਸਲਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੁਝ ਵਾਹਨਾਂ ਵਿੱਚ ਕੈਮਰਾ ਸੰਬੰਧੀ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਮਾਰਚ ਮਹੀਨੇ ਟੈਸਲਾ ਵੱਲੋਂ 947 ਵਾਹਨ ਯੂਨਾਈਟਿਡ ਸਟੇਟਸ ਵਿੱਚ ਵਾਪਸ ਬੁਲਾਏ ਗਏ ਸਨ। ਦਸੰਬਰ ਮਹੀਨੇ ਦੌਰਾਨ 2017 ਤੇ 2020 ਮਾਡਲ 3 ਵਾਹਨ ਟੈਸਲਾ ਵੱਲੋਂ ਵਾਪਸ ਬੁਲਾਏ ਗਏ। ਨਾ ਵਾਹਨਾਂ ਦੀ ਗਿਣਤੀ 3,50,309 ਸੀ। ਸੋ ਇਸ ਤਰ੍ਹਾਂ ਅਮਰੀਕਾ ਦੀਆਂ ਕੁਝ ਖਾਸ ਖਬਰਾਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।